ਅੱਜ ਆਪਾਂ ਨੈਕਸਟ ਰੇਸ਼ੋ ਕਰਨ ਲੱਗੇ ਹਾਂ ਪ੍ਰੋਫਿਟੇਬਿਲਟੀ ਰੇਸ਼ੋ। ਪਹਿਲਾਂ ਆਪਾਂ 3 ਰੇਸ਼ੋ ਕਰ ਚੁੱਕੇ ਹਾਂ, ਗ੍ਰੋਸ ਪ੍ਰੋਫਿਟ ਰੇਸ਼ੋ, ਆਪਰੇਟਿੰਗ ਰੇਸ਼ੋ, ਆਪਰੇਟਿੰਗ ਪ੍ਰੋਫਿਟ ਰੇਸ਼ੋ। ਠੀਕ ਹੈ, ਅੱਜ ਆਪਾਂ ਕਰਨ ਲੱਗੇ ਹਾਂ ਨੈਟ ਪ੍ਰੋਫਿਟ ਰੇਸ਼ੋ। ਨੈਟ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਨੈਟ ਪ੍ਰੋਫਿਟ ਡਿਵਾਈਡ ਨੈਟ ਸੇਲ ਮਲਟੀਪਲਾਈ 100। ਨੈਟ ਸੇਲ ਨੂੰ ਰੈਵਨਿਊ ਫਰੋਮ ਆਪਰੇਸ਼ਨ ਵੀ ਕਹਿੰਦੇ ਆ। ਕਲੀਅਰ। ਹੁਣ ਆਪਾਂ ਇੱਕ ਇਲਾਸਟ੍ਰੇਸ਼ਨ ਲੈਂਦੇ ਹਾਂ, ਨੈਟ ਪ੍ਰੋਫਿਟ ਉੱਪਰ ਰੱਖਣਾ, ਨੈਟ ਸੇਲ ਨੀਚੇ, ਮਲਟੀਪਲਾਈ 100। ਠੀਕ ਹੈ, ਇਲਾਸਟ੍ਰੇਸ਼ਨ ਦੇਖੋ। ਗ੍ਰੋਸ ਪ੍ਰੋਫਿਟ ਆ ਕੰਪਨੀ ਕੋਲ 25% ਦਾ, ਕੈਸ਼ ਸੇਲ ਹੈਗੀ 2 ਲੱਖ ਦੀ, ਐਂਡ ਕ੍ਰੈਡਿਟ ਸੇਲ ਆ ਜਿਹੜੀ ਉਹ 90% ਆਫ ਟੋਟਲ ਸੇਲ ਦਾ 90% ਆ, ਅਤੇ ਇਨਡਾਇਰੈਕਟ ਐਕਸਪੈਂਸ ਹੈਗੇ 24,000 ਦੇ। ਕੈਲਕੂਲੇਟ ਨੈਟ ਪ੍ਰੋਫਿਟ ਰੇਸ਼ੋ। ਦੇਖੋ ਹੁਣ ਤੁਹਾਨੂੰ ਆਪਾਂ ਨੂੰ ਨੈਟ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਕੀ ਹੁੰਦਾ, ਨੈਟ ਪ੍ਰੋਫਿਟ ਡਿਵਾਈਡ ਨੈਟ ਸੇਲ। ਹੁਣ ਤੁਹਾਡੇ ਕੋਲ ਸੇਲ ਨਹੀਂ ਹੈਗੀ, ਸੇਲ ਤੁਸੀਂ ਫਾਈਂਡ ਆਊਟ ਕਰਨੀ ਹੈ ਟੋਟਲ। ਇਹਨਾਂ ਨੇ ਕੈਸ਼ ਸੇਲ ਦਿੱਤੀ ਹੈ ਅਤੇ ਕ੍ਰੈਡਿਟ 90% ਟੋਟਲ ਦਾ ਕਹਿਤਾ। ਇਟ ਮੀਨਸ ਤੁਹਾਨੂੰ ਟੋਟਲ ਸੇਲ ਫਾਈਂਡ ਆਊਟ ਕਰਨੀ ਪੈਣੀ ਆ। ਹੁਣ 90% ਜਿਹਦਾ ਕਿਹਾ ਟੋਟਲ ਸੇਲ ਦਾ ਕਰਨ ਨੂੰ ਕਿਹਾ, ਤਾਂ ਟੋਟਲ ਸੇਲ ਆਪਾਂ ਲੈਟ ਕਰ ਲੈਣੀ ਹੈ ਐਕਸ ਦੇ ਬਰਾਬਰ। ਹੁਣ ਦੇਖੋ, ਲੈਟ ਟੋਟਲ ਸੇਲ ਇਕੁਅਲ ਟੂ ਐਕਸ। ਕਲੀਅਰ। ਲੈਟ ਕਰ ਲਈ ਆਪਾਂ ਕਿ ਟੋਟਲ ਸੇਲ ਕਿਹਦੇ ਬਰਾਬਰ ਆ, ਐਕਸ ਦੇ ਬਰਾਬਰ ਆ। ਅਤੇ ਕੈਸ਼ ਸੇਲ ਹੁਣ ਆਪਾਂ ਨੂੰ ਦਿੱਤੀ ਹੋਈ ਸੀ 2 ਲੱਖ ਦੀ, ਉਹ ਆਪਾਂ ਉੱਦਾਂ ਹੀ ਲੈ ਲਈ। ਦੇਖੋ 2 ਲੱਖ ਕੈਸ਼ ਸੇਲ 2 ਲੱਖ। ਕ੍ਰੈਡਿਟ ਸੇਲ ਕੀ ਸੀ, 90% ਕਾਹਦਾ ਸੀ, ਟੋਟਲ ਸੇਲ ਦਾ। ਤਾਂ 90% ਆਪਾਂ ਕਾਹਦਾ ਕਰ ਦਾਂਗੇ, ਐਕਸ ਦਾ, ਕਿਉਂਕਿ ਐਕਸ ਟੋਟਲ ਸੇਲ ਆਪਣੀ ਐਕਸ ਆ। ਠੀਕ ਆ। ਤਾਂ ਕ੍ਰੈਡਿਟ ਸੇਲ 19/100 ਐਕਸ ਲਿਖ ਲਿਆ, 0 ਨਾਲ ਕੱਟਤੀ, 9/10 ਐਕਸ ਆ ਗਿਆ। ਹੁਣ ਟੋਟਲ ਸੇਲ ਕਿਹਦੇ ਬਰਾਬਰ ਹੁੰਦੀ ਹੈ, ਕੈਸ਼ ਸੇਲ ਪਲੱਸ ਕ੍ਰੈਡਿਟ ਸੇਲ। ਟੋਟਲ ਸੇਲ ਆਪਣੀ ਕਿੰਨੀ ਹੈ, ਹੁਣ ਆਪਾਂ ਲਈ ਹੈ ਐਕਸ ਪੁੱਟ ਕਰਤੀ। ਕੈਸ਼ ਸੇਲ ਕਿੰਨੀ ਹੈ ਤੁਹਾਡੀ 2 ਲੱਖ ਪੁੱਟ ਕਰਤਾ। ਕ੍ਰੈਡਿਟ ਸੇਲ 9/10 ਐਕਸ ਇਹ ਪੁੱਟ ਕਰਤਾ। ਕਲੀਅਰ। ਹੁਣ ਤੁਸੀਂ ਐਕਸ ਵਾਲੇ ਇੱਧਰ ਲੈ ਜਾਓਗੇ, ਐਕਸ 9/10 ਉੱਧਰ ਜਾ ਕੇ ਮਾਈਨਸ ਹੋ ਜਾਊਗਾ, ਐਕਸ ਇਕੁਅਲ ਟੂ 2 ਲੱਖ। ਫਿਰ 10 ਇਹਦਾ ਐਲਸੀਐਮ ਲੈ ਲਾਂਗੇ, 10 ਨੂੰ 10x ਮਾਈਨਸ 9x ਡਿਵਾਈਡ 10 ਇਕੁਅਲ ਟੂ 2 ਲੱਖ। 10 ਚੋਂ 9x ਮਾਈਨਸ ਕੀਤਾ, ਐਕਸ ਆ ਜਾਊਗਾ, ਇਹਨੇ 10 ਨੇ ਉੱਧਰ ਜਾ ਕੇ ਮਲਟੀਪਲਾਈ ਹੋ ਜਾਣਾ, 20 ਲੱਖ ਬਣ ਜਾਊਗਾ। ਐਕਸ ਕਿਹਦੇ ਬਰਾਬਰ ਆ ਗਈ, 20 ਲੱਖ ਦੇ। ਹੁਣ ਆਪਾਂ ਲੈਟ ਕੀ ਕੀਤੀ ਸੀ, ਟੋਟਲ ਸੇਲ ਕਿਹਦੇ ਬਰਾਬਰ ਆ, ਐਕਸ ਦੇ। ਡੈਟ ਮੀਨਸ ਟੋਟਲ ਸੇਲ ਆਪਣੀ ਕਿੰਨੀ ਆ ਗਈ, 20 ਲੱਖ। ਹੁਣ ਨੈਟ ਪ੍ਰੋਫਿਟ ਰੇਸ਼ੋ ਦਾ ਫਾਰਮੂਲਾ ਨੈਟ ਪ੍ਰੋਫਿਟ ਡਿਵਾਈਡ ਨੈਟ ਸੇਲ ਮਲਟੀਪਲਾਈ 100। ਨੈਟ ਸੇਲ ਤਾਂ ਆ ਗਈ ਆਪਣੇ ਕੋਲ, ਆਪਾਂ ਨੂੰ ਕੀ ਚਾਹੀਦਾ, ਨੈਟ ਪ੍ਰੋਫਿਟ। ਨੈਟ ਪ੍ਰੋਫਿਟ ਆਪਾਂ ਨੂੰ ਕਿਵੇਂ ਫਾਰਮੂਲਾ ਕੀ ਹੁੰਦਾ ਗਾ, ਗ੍ਰੋਸ ਪ੍ਰੋਫਿਟ ਮਾਈਨਸ ਇਨਡਾਇਰੈਕਟ ਐਕਸਪੈਂਸ। ਡੈਟ ਮੀਨਸ ਆਪਾਂ ਨੂੰ ਗ੍ਰੋਸ ਪ੍ਰੋਫਿਟ ਕੱਢਣਾ ਪੈਣਾ। ਗ੍ਰੋਸ ਪ੍ਰੋਫਿਟ 20% ਆ, ਇਹ ਕਾਹਦਾ ਕਰਾਂਗੇ ਆਪਾਂ, ਸੇਲ ਦਾ। ਠੀਕ ਹੈ। ਜੀਪੀ ਆਪਾਂ ਹੁਣ ਟੋਟਲ ਸੇਲ ਦਾ ਲਾ ਦੇਣਾ 25%, 5 ਲੱਖ ਆ ਜਾਊਗਾ, ਇਹ ਤੁਹਾਡਾ ਜੀਪੀ ਆ ਗਿਆ। ਅਤੇ ਨੈਟ ਪ੍ਰੋਫਿਟ ਕਿਵੇਂ ਨਿਕਲਦਾ ਹੁੰਦਾ, ਜੀਪੀ ਮਾਈਨਸ ਇਨਡਾਇਰੈਕਟ ਐਕਸਪੈਂਸ। ਜੀਪੀ ਤੁਹਾਡਾ 5 ਲੱਖ ਦਾ, ਇਨਡਾਇਰੈਕਟ ਐਕਸਪੈਂਸ ਆਪਾਂ ਨੂੰ ਦੇਖੋ ਗਿਵਨ ਦਿੱਤੇ ਹੋਏ 24,000 ਦੇ। ਹੁਣ ਜੀਪੀ ਦੇ ਵਿੱਚੋਂ ਇਨਡਾਇਰੈਕਟ ਐਕਸਪੈਂਸ ਮਾਈਨਸ ਕੀਤੇ 4,76,000, ਇਹ ਕੀ ਨਿਕਲਿਆ ਤੁਹਾਡਾ ਨੈਟ ਪ੍ਰੋਫਿਟ। ਨੈਟ ਸੇਲ ਵੀ ਨਿਕਲ ਗਈ, ਨੈਟ ਪ੍ਰੋਫਿਟ ਵੀ ਨਿਕਲ ਗਿਆ, ਦੈਨ ਫਾਰਮੂਲੇ 'ਚ ਪੁੱਟ ਕਰਤਾ, ਆਨਸਰ ਆ ਜਾਊਗਾ। ਦੇਖੋ ਨੈਟ ਪ੍ਰੋਫਿਟ ਕਿੰਨਾ, 4,76,000 ਅਤੇ ਨੈਟ ਸੇਲ 20 ਲੱਖ ਮਲਟੀਪਲਾਈ 100 ਤੁਹਾਡਾ ਨੈਟ ਪ੍ਰੋਫਿਟ ਆ ਗਿਆ। ਕਲੀਅਰ। ਇਹ ਸੀਗੀ ਤੁਹਾਡੀ ਨੈਟ ਪ੍ਰੋਫਿਟ ਰੇਸ਼ੋ। ਨੈਕਸਟ ਆ ਜਾਓ, ਅਗਲੀ ਲਾਸਟ ਹੈ ਰਿਟਰਨ ਔਨ ਇਨਵੈਸਟਮੈਂਟ ਰੇਸ਼ੋ। ਰਿਟਰਨ ਔਨ ਇਨਵੈਸਟਮੈਂਟ ਰੇਸ਼ੋ ਦਾ ਫਾਰਮੂਲਾ ਹੁੰਦਾ ਇਕੁਅਲ ਟੂ ਪ੍ਰੋਫਿਟ ਬਿਫੋਰ ਇੰਟਰਸਟ ਟੈਕਸ ਐਂਡ ਡਿਵੀਡੈਂਡ। ਮਤਲਬ ਪ੍ਰੋਫਿਟ ਕਿਹੜਾ ਲੈਣਾ, ਬਿਫੋਰ ਹੀ ਇੰਟਰਸਟ ਲੈਣਾ, ਟੈਕਸ ਵੀ ਲੈਣਾ, ਐਂਡ ਡਿਵੀਡੈਂਡ ਵੀ ਲੈਣਾ। ਡਿਵਾਈਡ ਕੈਪੀਟਲ ਇੰਪਲਾਈ ਮਲਟੀਪਲਾਈ 100। ਕੈਪੀਟਲ ਇੰਪਲਾਈਡ ਕਿੱਦਾਂ ਨਿਕਲਦਾ, ਇਕੁਇਟੀ ਸ਼ੇਅਰ, ਪ੍ਰੈਫਰੈਂਸ ਸ਼ੇਅਰ, ਰਿਜ਼ਰਵ ਸਰਪਲਸ, ਲੌਂਗ ਟਰਮ ਲੋਨ ਮਾਈਨਸ ਫਕਟੀਸੀਅਸ ਐਸੈਟਸ। ਠੀਕ ਹੈ। ਜਾਂ ਤਾਂ ਤੁਸੀਂ ਇਸ ਵੇ ਨਾਲ ਕੱਢ ਲਓ, ਜਾਂ ਫਿਰ ਫਿਕਸ ਐਸੈਟਸ 'ਚ ਕਰੰਟ ਐਸੈਟਸ ਪਲੱਸ ਕਰਕੇ ਕਰੰਟ ਲਾਇਬਿਲਿਟੀ ਮਾਈਨਸ ਕਰ ਦਿਓ। ਇਹ 2 ਵੇ ਨੇ ਕੈਪੀਟਲ ਇੰਪਲਾਈਡ ਨੂੰ ਫਾਈਂਡ ਆਊਟ ਕਰਨ ਦੇ। ਕਲੀਅਰ। ਹੁਣ ਦੇਖੋ ਤੁਸੀਂ ਨੈਟ ਪ੍ਰੋਫਿਟ ਜਿਹੜਾ ਬਿਫੋਰ ਇੰਟਰਸਟ ਆ, ਜੇ ਤਾਂ ਤੁਹਾਨੂੰ ਬੈਲੈਂਸ ਸ਼ੀਟ 'ਚ ਗਿਵਨ ਦਿੱਤਾ ਡੈਟ ਮੀਨਸ ਉਹ ਬਿਫੋਰ ਹੁੰਦਾ। ਬਟ ਜੇ ਤੁਹਾਨੂੰ ਆਫਟਰ ਦਿੱਤਾ, ਜਦੋਂ ਤੁਸੀਂ ਬਿਫੋਰ ਤੋਂ ਆਫਟਰ ਜਾਂਦੇ ਹੋ, ਮਤਲਬ ਮੰਨ ਕੇ ਚਲੋ ਤੁਹਾਨੂੰ ਪ੍ਰੋਫਿਟ ਬਿਫੋਰ ਦਿੱਤਾ ਹੋਇਆ 3 ਲੱਖ ਦਾ, ਤਾਂ ਉਹਦੇ 'ਚੋਂ ਤੁਸੀਂ ਟੈਕਸ ਮਾਈਨਸ ਕਰਕੇ ਆਫਟਰ ਟੈਕਸ ਆ ਜਾਂਦਾ, ਉਹਦੇ 'ਚੋਂ ਇੰਟਰਸਟ ਮਾਈਨਸ ਕਰਕੇ ਆਫਟਰ ਇੰਟਰਸਟ ਆ ਜਾਂਦਾ, ਡਿਵੀਡੈਂਡ ਮਾਈਨਸ ਕਰਕੇ ਆਫਟਰ ਡਿਵੀਡੈਂਡ ਆ ਜਾਂਦਾ। ਬਟ ਜਦੋਂ ਤੁਸੀਂ ਆਫਟਰ ਤੋਂ ਬਿਫੋਰ ਜਾਣਾ ਤਾਂ ਪਲੱਸ ਕਰ ਦੇਣੀ ਉਹ ਚੀਜ਼। ਕਲੀਅਰ। ਠੀਕ ਹੈ। ਕੈਪੀਟਲ ਇੰਪਲਾਈਡ ਤੁਸੀਂ ਦੋਨਾਂ ਵੇ ਨਾਲ ਕੱਢ ਸਕਦੇ ਹੋ। ਓਕੇ। ਫਾਰਮੂਲਾ ਦੁਬਾਰਾ ਦੇਖ ਲਓ, ਪ੍ਰੋਫਿਟ ਬਿਫੋਰ ਇੰਟਰਸਟ ਟੈਕਸ ਐਂਡ ਡਿਵੀਡੈਂਡ ਡਿਵਾਈਡ ਕੈਪੀਟਲ ਇੰਪਲਾਈਡ ਮਲਟੀਪਲਾਈ 100। ਕੈਪੀਟਲ ਇੰਪਲਾਈਡ ਜਾਂ ਤਾਂ ਸ਼ੇਅਰ ਕੈਪੀਟਲ ਸਾਰੇ ਐਡ ਕਰ ਦਿਓ, ਜਾਂ ਫਿਰ ਫਿਕਸ ਐਸੈਟਸ 'ਚ ਕਰੰਟ ਐਸੈਟ ਪਲੱਸ ਕਰਕੇ ਕਰੰਟ ਲਾਇਬਿਲਿਟੀ ਮਾਈਨਸ ਕਰ ਦਿਓ। ਹੁਣ ਆਪਾਂ ਇੱਕ ਇਲਾਸਟ੍ਰੇਸ਼ਨ ਲੈ ਲੈਂਦੇ ਹਾਂ ਜਿਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ। ਕਲੀਅਰ। 48 ਇਲਾਸਟ੍ਰੇਸ਼ਨ ਆ। ਦੇਖੋ ਬੇਟਾ, ਇਹਦੇ ਵਿੱਚ ਕੀ ਆ, ਤੁਹਾਨੂੰ ਉਹਨਾਂ ਨੇ ਕੈਲਕੂਲੇਟਡ ਰਿਟਰਨ
ਐਨ ਕੈਪੀਟਲ ਇੰਪਲਾਇਡ ਕੱਢਣ ਨੂੰ ਕਿਹਾ। ਰਿਟਰਨ ਔਨ ਇਨਵੈਸਟਮੈਂਟ ਜਾਂ ਰਿਟਰਨ ਔਨ ਕੈਪੀਟਲ ਇੰਪਲਾਇਡ ਸੇਮ ਚੀਜ਼ ਹੁੰਦੀ ਆ। ਹੁਣ ਤੁਹਾਨੂੰ ਇੱਥੇ ਪ੍ਰੋਫਿਟ ਦੇਖੋ ਬੈਲੈਂਸ ਸ਼ੀਟ 'ਚ ਦਿੱਤਾ ਹੋਇਆ 47,000 ਦਾ, ਗਿਵਨ ਹੀ ਆ, ਇਹ ਬਿਫੋਰ ਹੀ ਆ। ਜਦੋਂ ਤਾਂ ਬੈਲੈਂਸ ਸ਼ੀਟ 'ਚ ਦਿੱਤਾ ਹੋਇਆ ਡੈਟ ਮੀਨਸ ਜੋ ਬਿਫੋਰ ਇੰਟਰਸਟ, ਬਿਫੋਰ ਟੈਕਸ ਤੇ ਬਿਫੋਰ ਡਿਵੀਡੈਂਡ ਹੁੰਦਾ ਗਾ 47,000 ਦਾ। ਤੁਸੀਂ ਪ੍ਰੋਫਿਟ ਕੀ ਲੈ ਲੈਣਾ 47,000 ਦਾ, ਠੀਕ ਹੈ। ਕੈਪੀਟਲ ਇੰਪਲਾਇਡ ਕਿਵੇਂ ਕੱਢਾਂਗੇ, ਫਿਕਸ ਐਸੈਟਸ ਪਲੱਸ ਕਰੰਟ ਐਸੈਟਸ ਮਾਈਨਸ ਕਰੰਟ ਲਾਇਬਿਲਿਟੀ। ਹੁਣ ਫਿਕਸ ਐਸੈਟਸ ਕਿਹੜੀਆਂ ਨੇ 40,000 ਦੀਆਂ, ਕਰੰਟ ਲਾਇਬਿਲਿਟੀ ਐਸੈਟਸ ਕਿਹੜੀਆਂ ਨੇ ਆਹ ਵਾਲੀਆਂ, ਇਹਨਾਂ ਨੂੰ ਸਾਰਿਆਂ ਨੂੰ ਪਲੱਸ ਕਰਕੇ ਕਰੰਟ ਲਾਇਬਿਲਿਟੀ ਕ੍ਰੈਡੀਟਰ ਮਾਈਨਸ ਕਰ ਦਿਓ ਤਾਂ ਤੁਹਾਡਾ ਕੀ ਆ ਜਾਊਗਾ, ਕੈਪੀਟਲ ਇੰਪਲਾਇਡ ਆ ਜਾਊਗਾ 1,47,000 ਦਾ। ਜਾਂ ਫਿਰ ਦੂਜਾ ਵੀ ਕੀ ਸੀਗਾ, ਸਾਰੇ ਤੁਸੀਂ ਸ਼ੇਅਰ ਕੈਪੀਟਲ ਪਲੱਸ ਕਰ ਦਿਓ, ਸ਼ੇਅਰ ਕੈਪੀਟਲ 75, ਪ੍ਰੋਫਿਟ 47, ਰਿਜ਼ਰਵ 25, ਇਹਨਾਂ ਤਿੰਨਾਂ ਨੂੰ ਪਲੱਸ ਕਰਕੇ ਵੀ ਕੈਪੀਟਲ ਇੰਪਲਾਇਡ ਆ ਜਾਊਗਾ। ਸੇਮ ਹੀ ਆਊਗਾ, ਦੋਨਾਂ ਵੀ ਇਹਨਾਂ ਕਰ ਸਕਦੇ ਹੋ। ਕਲੀਅਰ। ਹੁਣ ਫਾਰਮੂਲਾ ਕੀ ਸੀ, ਉੱਪਰ ਪ੍ਰੋਫਿਟ ਬਿਫੋਰ ਇੰਟਰਸਟ ਟੈਕਸ ਲੈਣਾ, ਨੀਚੇ ਕੈਪੀਟਲ ਇੰਪਲਾਇਡ 47,000 ਡਿਵਾਈਡ 1,47,000 ਮਲਟੀਪਲਾਈ 100 31.97% ਆ ਜਾਊ। ਇਹ ਤੁਹਾਡਾ ਕੀ ਸੀਗਾ, ਰਿਟਰਨ ਔਨ ਇਨਵੈਸਟਮੈਂਟ ਦਾ ਫਾਰਮੂਲਾ। ਓਕੇ, ਥੈਂਕ ਯੂ।